स्वागत है जी सारे ही ਸਰੋਤਿਆਂ ਦਾ। ਅੱਜ ਲਾਈਵ ਸੈਸ਼ਨ 3 ਮੁੱਖ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਤੁਹਾਡੇ ਨਾਲ ਲਾਈਵ ਹੋਇਆ। ਵੀਡੀਓ ਨੂੰ ਸੰਖੇਪ ਰੱਖਣਾ, 5-7 ਮਿੰਟ 'ਚ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰੂੰਗਾ। ਐਂਡ ਜਿਹੜੇ ਤੁਹਾਡੇ ਸਵਾਲ ਨੇ, ਤੁਸੀਂ ਕੋਈ ਕੁਐਰੀ ਆ ਤੁਸੀਂ ਥੱਲੇ ਛੱਡ ਦਿਆ ਕਮੈਂਟਸ ਦੇ ਵਿੱਚ। ਮੇਨ ਫੋਨ ਨੰਬਰਸ ਜ਼ਰੂਰ ਛੱਡ ਦਿਆ ਕਰੋ ਤਾਂ ਜੋ ਅਸੀਂ ਤੁਹਾਨੂੰ ਕੌਂਟੈਕਟ ਬੈਕ ਕਰ ਸਕੀਏ। ਐਂਡ ਲਾਈਵ ਸੈਸ਼ਨ ਦੌਰਾਨ ਕਿਸੇ ਵੀ ਸਵਾਲ ਦਾ ਆਨਸਰ ਨਹੀਂ ਦੇ ਪਾਊਂਗਾ, ਮਾफ़ी ਚਾਹੁੰਦਾ। ਬਟ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਇਸ ਲਾਈਵ ਸੈਸ਼ਨ ਨੂੰ ਸੁਣਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਤਾਂ ਜੋ ਜਿਵੇਂ ਮੈਂ ਹਮੇਸ਼ਾ ਗੱਲ ਆਪਾਂ ਅਵੇਅਰਨੈਸ ਦੀ ਕੋਈ ਕਰਨੀ ਆ, ਗੱਲ ਆਪਾਂ ਤਰਕ ਨੂੰ ਮੁੱਖ ਰੱਖ ਕੇ ਕਰਨੀ ਆ। ਆਪਾਂ ਉੱਗਦੀਆਂ ਪਤਾਲ ਨਹੀਂ ਮਾਰਨੀਆਂ, ਜਿਹੜੇ ਮਾਰ ਰਹੇ ਨੇ ਉਹਨਾਂ ਦੀਆਂ ਸੁਣਨੀਆਂ ਨਹੀਂ। 2-4 ਸਵਾਲ ਜਿਹੜੇ ਮੇਰੇ ਤੋਂ ਜਦੋਂ ਪੁੱਛੇ ਜਾਂਦੇ ਨੇ ਅਤੇ ਉਹ ਜਦੋਂ ਹਾਸੋਹੀਣੇ ਸਵਾਲ ਪੁੱਛੇ ਜਾਂਦੇ ਨੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਹ ਆਪਾਂ ਸਾਰਿਆਂ ਨਾਲ ਹੀ ਡਿਸਕਸ ਕਰ ਲਈਏ। ਕਾਰਨ ਕੀ ਹੁੰਦਾ ਕਿ ਜੇ ਉਹ ਲੋਕਾਂ ਤੱਕ ਉਹੋ ਜਿਹੀ ਕੋਈ ਵੀਡੀਓ ਜਾਂ ਉਹ ਜਿਹੀ ਕੋਈ ਗੱਲ ਪਹੁੰਚੀ ਆ ਤਾਂ ਹੀ ਲੋਕਾਂ ਦੇ ਮਨਾਂ 'ਚ ਜ਼ਹਿਨ 'ਚ ਉਹ ਸਵਾਲ ਆਏ ਨੇ। ਜੇ ਸਵਾਲ ਉਹ ਮੇਰੇ ਤੋਂ ਪੁੱਛੇ ਗਏ ਨੇ ਤਾਂ ਮੈਂ ਉਹਨਾਂ ਨੂੰ ਤਰਕ ਦੇ ਆਧਾਰ 'ਤੇ, ਮਤਲਬ ਪ੍ਰੋਪਰ ਉਹਨਾਂ ਦੀ ਜੋ ਉਹਦੇ ਫੈਕਟਸ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡੇ ਨਾਲ ਗੱਲ ਕਰਾਂ। ਗੱਲ ਆਪਾਂ ਸੰਖੇਪ ਸ਼ੁਰੂ ਕਰਨ ਲੱਗੇ ਹਾਂ। ਸੰਖੇਪ ਸ਼ਬਦਾਂ ਦੇ ਵਿੱਚ ਆਪਾਂ ਪੁਆਇੰਟਸ ਨੂੰ ਕੰਪਲੀਟ ਕਰ ਲੈਣਾ ਆ। ਸਭ ਤੋਂ ਪਹਿਲਾਂ ਕਿ ਜਿਹੜੇ ਬੱਚਿਆਂ ਨੇ ਫੀਸਾਂ ਭਰੀਆਂ ਹੋਈਆਂ ਨੇ ਕਾਲਜਾਂ ਦੇ ਵਿੱਚ ਪੜ੍ਹਨ ਜਾਣਾ ਆ, ਸੈਪਟੈਂਬਰ ਸੈਸ਼ਨ ਜਾਣਾ, ਮਈ ਸੈਸ਼ਨ ਜਾਣਾ ਸੀ ਜਾਂ ਜੁਲਾਈ ਸੈਸ਼ਨ ਜਾਣਾ ਸੀ, ਲੋਕਡਾਊਨ ਹੋ ਗਿਆ, ਫੀਸਾਂ ਭਰੀਆਂ ਹੋਈਆਂ ਨੇ, ਐਕਸਟੈਂਸ਼ਨਸ ਲੈ ਰਹੇ ਨੇ ਉਹ, ਜਾਂ ਡੈਫਰਮੈਂਟਸ ਪੈ ਰਹੀਆਂ ਨੇ, ਡੈਫਰਲ ਆਫਰ ਲੈਟਰਸ ਆ ਰਹੀਆਂ ਨੇ, ਉਹਨਾਂ ਦੇ ਜ਼ਹਿਨ ਦੇ ਵਿੱਚ ਸ਼ਾਇਦ ਇੱਕ ਇਹ ਸਵਾਲ ਹੋ ਸਕਦਾ ਕਿ ਕੀ ਜੋ ਇਹ ਕੋਵਿਡ-19 ਕਰਕੇ ਇੱਕ ਵਾਰੀ ਸਾਰੇ ਦਾ ਸਾਰਾ ਵਿਸ਼ਵ, ਸਾਰੇ ਦੀ ਸਾਰੀ ਦੁਨੀਆ ਰੁਕ ਗਈ ਸੀ, ਬਿਜ਼ਨਸ ਰੁਕ ਗਏ ਸੀ, ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਸੀ। ਅਸੀਂ ਕੁਝ ਏਅਰਲਾਈਨਸ, ਕੁਝ ਵੱਡੇ ਬਿਜ਼ਨਸ ਇਹ ਵੀ ਦੇਖੇ ਕਿ ਬੈਂਕਰਪਸੀ ਕਰਕੇ ਬੰਦ ਕਰ ਗਏ। ਸਟੂਡੈਂਟ ਦੇ ਜ਼ਹਿਨ ਦੇ ਵਿੱਚ ਇਹ ਵੀ ਗੱਲ ਸ਼ਾਇਦ ਆ ਰਹੀ ਹੋਵੇ ਕਿ ਕੀ ਕਾਲਜ, ਕੈਨੇਡਾ ਦੇ ਕਾਲਜ ਦੀ ਗੱਲ ਕਰ ਰਹੇ ਹਾਂ ਜੀ। ਪਹਿਲੀ ਗੱਲ ਤਾਂ ਧਿਆਨ 'ਚ ਰੱਖਿਓ ਵੀ ਕੈਨੇਡਾ ਦੇ ਜਿਹੜੇ ਗੌਰਮੈਂਟ ਫੰਡਡ ਕਾਲਜਸ ਨੇ, ਜਿਹੜੇ ਕਾਲਜਸ ਨੂੰ ਗੌਰਮੈਂਟ ਕਹਿੰਦੀ ਹੈ ਕਿ ਸਾਡੇ ਗੌਰਮੈਂਟ ਫੰਡਡ ਕਾਲਜਸ, ਯੂਨੀਵਰਸਿਟੀਜ਼ ਨੇ, ਕਿ ਇਹ ਵੀ ਬੈਂਕਰਪਸੀ ਕਰ ਜਾਣਗੇ। ਦੋਸਤੋ, 2 ਗੱਲਾਂ ਨੂੰ ਧਿਆਨ ਨਾਲ ਸੁਣਨਾ ਆ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਖੁੱਲ੍ਹੀ ਸੀ ਲੋਕਡਾਊਨ ਦੇ ਵਿੱਚ, ਉਹ ਠੇਕੇ ਖੋਲ੍ਹੇ ਗਏ ਸੀ। ਉਹਦਾ ਕਾਰਨ ਪਤਾ ਕੀ ਸੀ? ਪੰਜਾਬ ਦੀ ਮੈਕਸੀਮਮ GDP ਜਿਹੜੀ ਸੀ, ਵੱਡਾ ਹਿੱਸਾ ਪੰਜਾਬ ਦੀ GDP ਦਾ ਉਹ ਖੇਤੀ ਤੋਂ ਅਤੇ ਨੰਬਰ 2 ਠੇਕਿਆਂ ਤੋਂ ਆਉਂਦਾ ਸੀ। ਖੇਤੀ ਚੱਲ ਰਹੀ ਸੀ, ਫਸਲ ਮੰਡੀਆਂ 'ਚ ਸਿੱਟੀ ਜਾ ਰਹੀ ਸੀ ਅਤੇ ਖਰੀਦੀ ਜਾ ਰਹੀ ਸੀ। ਨੰਬਰ 2 ਜਿਹੜਾ ਸਭ ਤੋਂ ਵੱਡਾ, ਜਿਹੜਾ ਦੂਸਰਾ ਉਹਨਾਂ ਦਾ ਬਿਜ਼ਨਸ ਸੀ, ਉਹ ਠੇਕੇ ਸੀ। ਸਭ ਤੋਂ ਵੱਡਾ ਰੈਵਨਿਊ ਸਾਡੇ ਚੀਫ ਮਿਨਿਸਟਰ ਸਾਹਿਬ ਕਹਿੰਦੇ ਠੇਕਿਆਂ ਤੋਂ ਆਉਂਦਾ ਆ। GDP ਦਾ ਮੇਨ ਹਿੱਸਾ ਜਿਹੜਾ ਹੈਗਾ ਉਹ ਠੇਕੇ ਨੇ, ਇਸ ਲਈ ਅਸੀਂ ਉਹ ਠੇਕੇ ਖੋਲ੍ਹ ਰਹੇ ਹਾਂ। ਇਹ ਇੱਕ ਐਗਜ਼ਾਮਪਲ ਆ। ਉਵੇਂ ਹੀ ਮੈਂ ਕੈਨੇਡਾ ਦੇ ਕਾਲਜਸ ਦੀ ਗੱਲ ਕਰਦਾ। ਦੋਸਤੋ, ਇੱਕ ਗੱਲ ਨੂੰ ਧਿਆਨ 'ਚ ਰੱਖਿਓ ਕਿ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੀ GDP ਦੇ ਵਿੱਚ 22% ਹਿੱਸਾ ਪਾਉਂਦੇ ਨੇ। ਮਤਲਬ ਕਿ ਜੇ ਕੈਨੇਡਾ 100 ਰੁਪਈਆ ਕਮਾਉਂਦਾ ਤਾਂ ਉਹਦੇ ਵਿੱਚ 22 ਰੁਪਈਏ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਦਿੱਤੀ ਗਈ 3 ਗੁਣਾ ਵੱਧ, 4 ਗੁਣਾ ਵੱਧ ਫੀ। GIC ਜਿਹੜਾ $10,000 ਬੈਂਕ ਦੇ ਵਿੱਚ ਭਰ ਦਿੱਤਾ ਜਾਂਦਾ ਅਤੇ 1 ਸਾਲ 'ਚ ਗੌਰਮੈਂਟ ਤੁਹਾਡੇ ਪੈਸੇ ਨੂੰ ਬਿਨਾਂ ਵਿਆਜ ਵਰਤਦੀ ਆ। ਵਿਆਜ ਦੇ ਮੂਲ ਤਾਂ ਤੁਹਾਨੂੰ ਮੋੜਿਆ ਹੀ ਨਹੀਂ ਜਾਂਦਾ, ਵਿਆਜ ਰਾਹੀਂ ਤੁਹਾਡੇ ਪੈਸੇ ਤੁਹਾਨੂੰ ਵਾਪਸ ਭੇਜ ਦਿੱਤੇ ਜਾਂਦੇ ਨੇ $600, $700 ਕਰਕੇ। 22% ਹਿੱਸਾ ਕੈਨੇਡਾ ਦੀ GDP ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਪਾਉਂਦੇ ਨੇ। ਕੀ ਤੁਹਾਨੂੰ ਲੱਗਦਾ ਆ ਕਿ ਕੈਨੇਡਾ ਦਾ ਉਹ ਪ੍ਰਧਾਨ ਮੰਤਰੀ ਜਿਹਨੇ ਆਪਦੇ ਲੋਕਾਂ ਦੀ ਮੋਰਲ ਡਾਊਨ ਹੋਣ ਤੋਂ ਬਚਾਉਣ ਦੇ ਲਈ ਉਹਨਾਂ ਨੂੰ ਘਰੇ ਬੈਠਿਆਂ ਨੂੰ $2,000 ਇੱਕ ਬੰਦੇ ਦੇ ਅਕਾਊਂਟ ਦੇ ਵਿੱਚ ਪਾਇਆ? ਜੇ 4 ਬੰਦੇ ਘਰ 'ਚ ਕੰਮ ਕਰਦੇ ਸੀ, $8,000 ਉਹਨਾਂ ਦੇ ਅਕਾਊਂਟ ਦੇ ਵਿੱਚ ਆਇਆ। ਬਜ਼ੁਰਗਾਂ ਨੂੰ $200, $250 ਵਧਾਤਾ, ਬੱਚਿਆਂ ਨੂੰ $200, $250 ਵਧਾਤਾ। ਜਿਹੜੇ ਬੱਚਿਆਂ ਨੇ, ਮਤਲਬ ਕਿ ਜਿਹੜੇ ਮਾਈਨਰ ਵੀ ਸੀਗੇ, ਜਿਨ੍ਹਾਂ ਨੇ ਪਾਰਟ ਟਾਈਮ ਜਾ ਕੇ ਜੋਬਸ ਕੀਤੀਆਂ ਨੇ, +1 +2 ਵਾਲੇ ਬੱਚੇ ਉੱਥੋਂ ਦੇ, ਉਹਨਾਂ ਨੇ ਜੇ $1,250 ਤੱਕ ਦਾ ਵੀ ਕੰਮ ਕੀਤਾ ਹੋਇਆ ਸੀ ਜਾਂ $1,500 ਤੱਕ ਦਾ ਵੀ ਕੰਮ ਕੀਤਾ ਹੋਇਆ ਸੀ ਪਿਛਲੇ ਸਾਲ, ਤਾਂ ਉਹਨਾਂ ਨੂੰ $1,250, $1,500 ਤੱਕ ਉਹਨਾਂ ਨੂੰ ਵੀ ਦੇਣ ਦੀ ਘਰੇ ਬੈਠਿਆਂ ਨੂੰ ਦਿੱਤਾ। ਕੀ ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਦਾ ਉਹ ਪ੍ਰਧਾਨ ਮੰਤਰੀ ਐਡੀ ਵੱਡੀ GDP ਵਾਲੇ ਬਿਜ਼ਨਸ ਨੂੰ ਇੰਨਾ ਲਾਈਟਲੀ ਲੈ ਲੂਗਾ ਅਤੇ ਐਡੀਆਂ ਵੱਡੀਆਂ ਇੰਸਟੀਟਿਊਸ਼ਨਸ ਨੂੰ ਉਹ ਬੈਂਕਰਪਟ ਹੋਣ ਦੇ ਦੂਗਾ? ਇਹ ਗੱਲ ਸੋਚਣ ਵਾਲੀ ਆ। ਸੋ ਇਹ ਇਲੌਜੀਕਲ ਗੱਲ ਆ। ਕਦੇ ਵੀ ਇਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦੀਆਂ ਗੱਲਾਂ ਸੁਣ ਕੇ ਅਸੀਂ ਪੈਨਿਕ ਨਹੀਂ ਹੋਣਾ।
हाँ, मैं प्राइवेट ਕਾਲਜਾਂ ਦੀ ਗੱਲ ਨਹੀਂ ਕਰ ਰਿਹਾ, ਮੈਂ ਛੋਟੀਆਂ ਖੁੱਲ੍ਹੀਆਂ ਹੋਈਆਂ ਇੰਸਟੀਟਿਊਸ਼ਨਸ ਦੀ ਗੱਲ ਨਹੀਂ ਕਰ ਰਿਹਾ। ਕੈਨੇਡਾ ਦੇ ਵਿੱਚ ਵੀ ਖੁੱਲ੍ਹ ਗਈਆਂ, ਜਿੱਥੇ ਮੈਕਸੀਮਮ ਇਹੋ ਜਿਹੇ ਲੋਕ ਸਾਨੂੰ ਜਿੱਥੇ ਸਾਡੇ ਪ੍ਰਾਈਵੇਟ, ਜਿੱਥੇ ਬਿਨਾਂ ਆਈਲਟਸ ਅਤੇ ਕਾਇਲਸ ਤੋਂ ਘੱਟ ਬੈਂਡ ਅਤੇ ਕੌਨਟਰੈਕਟ ਕਰਕੇ ਅਤੇ ਉਹ ਜਿਹੜੇ ਤੁਹਾਨੂੰ ਇੱਕ ਪੈਕੇਜਿਸ ਵੇਚ ਕੇ ਭੇਜਿਆ ਜਾਂਦਾ, ਮੈਂ ਉਹਨਾਂ ਕਾਲਜਿਸ ਦੀ ਗੱਲ ਨਹੀਂ ਕਰਦਾ, ਮੈਂ ਗੱਲ ਕਰਦਾ ਗੌਰਮੈਂਟ ਫੰਡਡ ਕਾਲਜਿਸ ਦੀ। ਸੋ ਦੋਸਤੋ, ਇਹ ਚੀਜ਼ ਤਾਂ ਤੁਸੀਂ ਦਿਮਾਗ 'ਚੋਂ ਹੀ ਕੱਢ ਦਿਓ ਕਿ ਮੈਕਸੀਮਮ GDP ਵਾਲੀ ਇੱਕ ਬਿਜ਼ਨਸ ਆ ਕੈਨੇਡੀਅਨ ਗੌਰਮੈਂਟ ਦਾ ਇੰਟਰਨੈਸ਼ਨਲ ਸਟੂਡੈਂਟ, ਤੁਹਾਡੇ 'ਤੇ ਉਹ ਆਂਚ ਨਹੀਂ ਆਉਣ ਦੇਣਗੇ। ਨੰਬਰ 2, ਸਟੱਡੀ ਵੀਜ਼ਾ ਦੇ ਵਿੱਚ ਜਿਹੋ ਜਿਹੀ ਐਡਵਰਟੀਜ਼ਮੈਂਟ ਅੱਜ ਚੱਲ ਰਹੀ ਆ, ਜਿਹੋ ਜਿਹੀਆਂ ਐਡਵਰਟੀਜ਼ਮੈਂਟ ਦਾ ਮਤਲਬ ਜੋ ਮੁੱਖ ਇੱਕ ਸੈਂਟਰ ਆਫ ਅਟਰੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤਾ ਜਾਂਦਾ ਸਟੂਡੈਂਟ ਵੀਜ਼ਾ ਨੂੰ ਲੈ ਕੇ, ਉਹ ਇੱਕ ਪਰਟੀਕੂਲਰ ਪੁਆਇੰਟ ਉਹਦੇ ਵਿੱਚ ਰੱਖਿਆ ਜਾਂਦਾ ਕਿ ਘੱਟ ਫੀਸ ਵਾਲੇ ਕਾਲਜ। ਕੀ ਦੋਸਤੋ, ਇੱਕ ਸਟੱਡੀ ਵੀਜ਼ਾ ਕੰਸਲਟੈਂਟ, ਇੱਕ ਸਟੱਡੀ ਵੀਜ਼ਾ ਜਿਹਨੂੰ ਅਸੀਂ ਕਰੀਅਰ ਕਾਉਂਸਲਰ ਕਹਿ ਸਕਦੇ ਹਾਂ, ਕਿ ਉਹਨੂੰ ਪੈਸੇ ਨੂੰ ਮੁੱਖ ਰੱਖ ਕੇ ਜਾਂ ਪੈਸੇ ਦੀ ਪਬਲਿਸਿਟੀ ਜਾਂ ਪ੍ਰੋਪੇਗੈਂਡਾ ਕਰਨ ਦੇ ਲਈ ਪੈਸੇ ਵਾਲਾ ਪੁਆਇੰਟ ਮੂਹਰੇ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ? ਪਹਿਲੀ ਗੱਲ ਤਾਂ ਦੋਸਤੋ ਇਹ ਆ ਕਿ ਜਿਹੜਾ ਪ੍ਰੋਫਾਈਲ ਆ ਉਹ ਹਰੇਕ ਸਟੂਡੈਂਟ ਦਾ ਡਿਫਰੈਂਟ ਆ, ਅਤੇ ਮੇਨ ਅਸੀਂ ਇਹ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਹੈ ਕਿ ਕੀ ਸਟੂਡੈਂਟ ਅੱਜ ਤੱਕ $14,000 $15,000 ਕੈਨੇਡਾ ਦੇ ਵਿੱਚ ਭਰ ਕੇ ਪੜ੍ਹਨ ਨਹੀਂ ਜਾ ਰਹੇ ਸੀ? ਕਿ 3.5-4 ਲੱਖ ਵਾਲੇ 4 ਲੱਖ ਰੁਪਏ ਵਾਲੇ ਕਾਲਜ ਹੀ ਕੰਮ ਕਰ ਰਹੇ ਨੇ? ਕਿ ਸ਼ੈਰਡਨ ਕਾਲਜ ਖਾਲੀ ਹੋ ਗਿਆ, ਕਿ ਕੈਨਸਟੋਗਾ ਖਾਲੀ ਹੋ ਗਿਆ, ਕਿ ਯੂਨੀਵਰਸਿਟੀਜ਼ ਉੱਥੋਂ ਦੀਆਂ ਖਾਲੀ ਹੋ ਗਈਆਂ? ਨਹੀਂ ਹੋਈਆਂ। ਉਹ ਕਾਰਨ ਕੀ ਆ? ਕਿਉਂਕਿ ਅੱਜ ਵੀ ਜਾਗਰੂਕ ਲੋਕ ਨੇ, ਅੱਜ ਵੀ ਲੋਕਾਂ ਨੂੰ ਪਤਾ ਆ ਕਿ ਅਸੀਂ ਕਿਹੜੇ ਕਾਲਜ ਅਤੇ ਕੋਰਸ ਦੀ ਚੋਣ ਕਰਨੀ ਆ ਅਤੇ ਸਾਡਾ ਮੁੱਖ ਉਦੇਸ਼ ਕੈਨੇਡਾ ਪਹੁੰਚਣ ਦਾ ਕੀ ਆ। ਜੇ ਸਾਡਾ ਮੁੱਖ ਉਦੇਸ਼ ਕੈਨੇਡਾ ਜਾ ਕੇ ਪੜ੍ਹ ਕੇ ਸੈਟਲਮੈਂਟ ਦਾ ਪਲਾਨ ਆ, ਤਾਂ ਸਾਨੂੰ ਕਿਸੇ ਆਪਦੇ ਕਲਾਇੰਟ ਨੂੰ ਕਾਉਂਸਲਿੰਗ ਵੇਚਣੀ ਪਊਗੀ, ਕਰੀਅਰ ਕਾਉਂਸਲਿੰਗ। ਅਤੇ ਕਾਉਂਸਲਿੰਗ ਦਾ ਇਕੱਲਾ ਪੁਆਇੰਟ ਫੀ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਵੀ ਤੁਸੀਂ ਸਾਲ ਦੀ ਕਿੰਨੀ ਫੀਸ ਭਰ ਸਕਦੇ ਹੋ। ਉਹਦਾ ਪੁਆਇੰਟ ਹੋਊਗਾ ਤੁਸੀਂ ਕੋਰਸ ਕਿਹੜਾ ਕਰਨ ਚੱਲੇ ਹੋ, ਤੁਸੀਂ ਪ੍ਰੋਵਿੰਸ ਕਿਹੜਾ ਚੋਣ ਕੀਤੀ ਆ, ਤੁਸੀਂ ਕਾਲਜ ਦੀ ਚੋਣ ਕਿਹੜੀ ਚੀਜ਼ ਨੂੰ ਆਧਾਰ ਬਣਾ ਕੇ ਕਰ ਰਹੇ ਹੋ, ਤੁਹਾਡਾ ਫੋਕਸ ਕਿਹੜੇ ਚੀਜ਼ ਦੇ ਉੱਤੇ ਆ। ਤੁਸੀਂ ਉੱਥੇ ਜਾ ਕੇ ਮਾਸਟਰ ਡਿਗਰੀ ਕਰਨੀ ਆ, ਤੁਸੀਂ ਪੜ੍ਹ ਕੇ ਜਲਦੀ ਪੱਕੇ ਹੋਣਾ, ਤੁਸੀਂ ਯੂਨੀਵਰਸਿਟੀ ਦੀ ਐਜੂਕੇਸ਼ਨ ਲੈਣਾ ਚਾਹੁੰਦੇ ਹੋ, ਤੁਹਾਡਾ ਮੇਨ ਮੋਟੋ ਕੀ ਆ ਕੈਨੇਡਾ ਜਾ ਕੇ? ਕੀ ਕੈਨੇਡਾ ਸੈਟਲਮੈਂਟ ਤੱਕ ਪਹੁੰਚਣ ਦੇ ਲਈ ਤੁਸੀਂ ਇੱਕ ਕੋਈ ਸੌਖਾ ਰਾਹ ਲੱਭ ਰਹੇ ਹੋ? ਕੀ ਤੁਸੀਂ 1 ਸਾਲ ਪੜ੍ਹ ਕੇ ਹੀ PR ਹੋਣਾ ਚਾਹੁੰਦੇ ਹੋ, ਕਿ ਤੁਸੀਂ 2 ਸਾਲ ਵੀ ਸਪੈਂਡ ਕਰ ਸਕਦੇ ਹੋ? ਕੀ ਤੁਹਾਡਾ ਕੈਨੇਡਾ ਪਹੁੰਚਣ ਤੱਕ ਤੁਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈ ਕਿ ਮੇਰਾ ਉੱਥੇ ਕੋਈ ਰਿਲੇਟਿਵ ਹੋਵੇ ਤਾਂ ਜੋ ਮੈਂ ਉਸ ਅਕੋਰਡਿੰਗਲੀ ਕਾਲਜ ਦੀ ਚੋਣ ਕਰ ਸਕਾਂ, ਜੇ ਤਾਂ ਕਿ ਮੈਨੂੰ ਅਕੋਮੋਡੇਸ਼ਨ, ਰਹਿਣ ਸਹਿਣ ਐਂਡ ਮੇਰੇ ਪੇਰੈਂਟਸ ਦੀਆਂ ਸ਼ਰਤਾਂ ਕਿ ਰਿਸ਼ਤੇਦਾਰਾਂ ਕੋਲ ਹੀ ਰਹਿਣਾ। ਸੋ ਕਾਫੀ ਗੱਲਾਂ ਇਕੱਠੀਆਂ ਹੋ ਜਾਂਦੀਆਂ ਨੇ ਜਦੋਂ ਇੱਕ ਸਟੂਡੈਂਟ ਵੀਜ਼ਾ ਨੂੰ ਆਪਾਂ ਗਾਈਡਲਾਈਨਸ ਦੇਣੀਆਂ ਹੁੰਦੀਆਂ ਨੇ। ਸਿਰਫ ਇੱਕ ਚੀਜ਼ ਨੂੰ ਮੁੱਖ ਰੱਖ ਕੇ ਉਹਨੂੰ ਹੀ ਐਡਵਰਟਾਈਜ਼ਮੈਂਟ ਦੇਈ ਜਾਣਾ, ਐਂਡ ਬੜੀ ਹੀ ਹਾਸੋਹੀਣੀ ਅਤੇ ਇਹ ਇੱਕ ਲੋਹ ਪੱਧਰ ਦੀ ਐਡਵਰਟੀਜ਼ਮੈਂਟ ਆ ਜਦੋਂ ਅਸੀਂ ਕਿਸੇ ਸਟੂਡੈਂਟ ਨੂੰ ਸਿਰਫ ਅਤੇ ਸਿਰਫ ਘੱਟ ਫੀਸ ਦਾ ਲਾਲਚ ਦੇ ਕੇ ਜਾਂ ਅਸੀਂ ਇਹ ਚੀਜ਼ ਹੀ ਪ੍ਰਮੋਟ ਕਰੀ ਜਾਂਦੇ ਕਿ ਉਸ ਕਾਲਜ ਦੇ ਵਿੱਚ ਫੀਸ ਘੱਟ ਆ। ਜਦੋਂ ਹੁਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੇ ਕਿਸੇ ਨੂੰ ਕੋਈ ਪੈਨ ਦੀ ਲੋੜ ਆ, ਉਹ ਪੈਨ ਦੀ ਕੀਮਤ 100 ਰੁਪਇਆ, ਮੈਂ ਉਹਨੂੰ ਇਹ ਥੋੜ੍ਹੀ ਕਹਿ ਸਕਦਾ ਕਿ ਪੈਨ ਦੀ ਕੀਮਤ 100 ਰੁਪਇਆ, ਤੂੰ ਪੈਨ ਨਾ ਲੈ, ਤੂੰ 4 ਰੁਪਏ ਦੀ ਪੈਨਸਲ ਲੈ ਲਾ। ਦੋਸਤੋ, ਸਾਨੂੰ ਚਾਹੀਦਾ ਹੀ ਪੈਨ ਆ ਜਦੋਂ। ਸੋ ਇਹ ਚੀਜ਼ ਇਹਦੇ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਲਈ ਇੰਪੋਰਟੈਂਟ ਕੀ ਆ, ਸਾਡੇ ਕਲਾਇੰਟ ਦੀ ਰਿਕੁਆਇਰਮੈਂਟ ਜਾਣਨਾ ਕਿ ਉਹਦੀ ਰਿਕੁਆਇਰਮੈਂਟ ਕੀ ਆ, ਉਹ ਕਰਨ ਕੀ ਚੱਲਿਆ ਕੈਨੇਡਾ, ਅਤੇ ਉਹਨੂੰ ਅਸੀਂ ਕਿਵੇਂ ਸਿਰੇ ਲਾ ਸਕਦੇ ਹਾਂ, ਅਸੀਂ ਉਹਨੂੰ ਕਿਹੋ ਜਿਹਾ ਕਾਲਜ, ਕਿਹੋ ਜਿਹਾ ਕੋਰਸ, ਕਿਹੋ ਜਿਹੇ ਪ੍ਰੋਵਿੰਸ ਦੇ ਵਿੱਚ ਭੇਜੀਏ। ਸੋ ਕਦੇ ਵੀ ਸਿਰਫ ਅਤੇ ਸਿਰਫ ਪੈਸਿਆਂ ਨੂੰ ਮੁੱਖ ਰੱਖ ਕੇ ਮੈਂ ਤਾਂ ਕਹਿੰਦਾ ਐਡਵਰਟਾਈਜ਼ਮੈਂਟ ਕੀਤੀ ਹੀ ਨਹੀਂ ਜਾਣੀ ਚਾਹੀਦੀ। ਕਹਿ ਹੀ ਨਹੀਂ ਜਾਣਾ ਚਾਹੀਦਾ ਕਿ ਇੱਕ ਕਾਲਜ ਆ ਜੀ ਉਹ 3.5 ਲੱਖ ਫੀਸ ਮੰਗਦਾ, ਇੱਕ ਕਾਲਜ ਆ ਜੀ 4 ਲੱਖ ਕਹਿੰਦਾ। ਸਟੂਡੈਂਟ ਨੂੰ ਬੁਲਾ ਕੇ ਅਕੋਰਡਿੰਗ ਟੂ ਪ੍ਰੋਫਾਈਲ ਅਸੀਂ ਸਟੂਡੈਂਟ ਨੂੰ ਕੋਈ ਕਾਲਜ ਜਾਂ ਕੋਰਸ ਜਾਂ ਪ੍ਰੋਵਿੰਸ ਅਸੀਂ ਦੇ ਸਕਦੇ ਹਾਂ। ਬਿਨਾਂ ਪ੍ਰੋਫਾਈਲ ਜਾਣੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇੱਕ ਕਾਲਜ ਦੀ ਫੀਸ ਆ 3.5 ਲੱਖ ਰੁਪਇਆ, ਤੁਸੀਂ ਸਾਰੇ ਉੱਥੇ ਚਲੇ ਜਾਓ? ਅਸੀਂ ਇੱਕੋ ਰੱਸੇ ਥੋੜ੍ਹੀ ਬੰਨ੍ਹ ਸਕਦੇ ਹਾਂ ਹਰੇਕ ਪ੍ਰੋਫਾਈਲ ਨੂੰ। ਸੋ ਇਸ ਕਰਕੇ ਮੈਂ ਬਾਰ-ਬਾਰ ਇਹ ਚੀਜ਼ ਬੋਲਦਾ ਹੁੰਦਾ ਅਤੇ ਸਟੂਡੈਂਟ ਵੀਰਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਅਵੇਅਰਨੈਸ ਕਿਸ ਚੀਜ਼ ਲਈ ਲੈ ਕੇ ਆਉਣੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜਾ ਕਾਲਜ, ਕਿਹੜਾ ਕੋਰਸ ਅਤੇ ਕਿਹੜਾ ਪ੍ਰੋਵਿੰਸ ਕਿਉਂ ਚੂਜ਼ ਕਰ ਰਹੇ ਹੋ, ਉਹਦਾ ਮੁੱਖ ਉਦੇਸ਼ ਕੀ ਆ, ਅਤੇ ਤੁਸੀਂ ਕੈਨੇਡਾ ਕਰਨ ਕੀ ਚੱਲੇ ਹੋ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਸਟੂਡੈਂਟ ਵੀਜ਼ਾ ਦੀ ਕਾਉਂਸਲਿੰਗ ਲੈਣੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਅਸੀਂ ਆਪਦੇ ਕੇਸ ਨੂੰ ਪ੍ਰੋਸੈਸ ਕਰਨਾ ਹੁੰਦਾ। ਤੀਸਰੀ ਗੱਲ ਦੋਸਤੋ, ਕਿ
ओपन वर्क परमिट दे विच ये कोई नवा रूल आ कि ओपन वर्क परमिट की फाइल तुसीं आपदे जिहड़े स्टूडेंट वीज़ा वाले आपदे स्पाउस दे नाल ही लॉन्च कर सकते हो? ये बिल्कुल नवा रूल नहीं है, ये बहुत पुराना रूल आ। कैनेडियन गवर्नमेंट शुरू तो ये गल कह रही है कि ये दोनों फाइल्स साइमल्टेनियसली इकट्ठियां सबमिट हो सकदियां ने, पर फिर गल मैं दोबारे रिपीट करनी चाहना कि प्रोफाइल टू प्रोफाइल वेरी करता। ओपन वर्क परमिट लई सिर्फ अज की डेट आ, जो सिर्फ तुसीं विआहे होने जरूरी नहीं, तुहाडा विआह कदों होया, तुहाडी आपस दे विच स्टे किन्नी आ, तुसीं रिलेशनशिप तुहाडे प्रूफ्स की ने, तुसीं रिलेशनशिप नूं आपदे नूं जेन्युइन रिलेशनशिप किवें प्रूव कर सकदे हो, तुहाडा इंडिया दे विच कारोबार की आ, तुहाडा स्पाउस जी ने ओपन वर्क परमिट ते जाना वो फ्री तां नहीं, वो इत्थे की कर रहा, उहदे कोले बैलेंस किन्ना, वो आपदे आप नूं सैल्फ सफिशेंट हैगा, वो की कैनेडा जाके जे उन्होंने काम नहीं मिलता वो आपदा खर्चा चक सकता, तुहाडा खर्चा चक सकता, किहो जे फंक्शन होए सी, किहो जिहियां फोटोग्राफ्स ने, की तुसीं कदों तो तुसीं एक दूजे नूं जानदे हो, जे तुसीं 3 साल तो जानदे हो उहदा की प्रूफ आ। ये बहुत इहो जिहियां गल्लां ने जिहड़ियां असीं ध्यान च रखणियां हुंदियां ने। सिर्फ एक विआह दा सर्टिफिकेट ते तुसीं विआहे हो ये तुहानूं अज ओपन वर्क परमिट वीज़ा स्टैंप करवा के नहीं दे सकदा। ते हरेक प्रोफाइल नूं तुसीं साइमल्टेनियसली अंबैसी दे विच लॉन्च नहीं कर सकते। किसी फाइल नूं तुसीं सेम डे ला सकते हो, किसी फाइल लई तुहानूं महीना वेट करनी पैंदी है, किसी फाइल लई तुहानूं 6 महीने वेट करने पैंदे, किसी प्रोफाइल लई तुहानूं साल भी वेट करना पैंदा। वो डिपेंड करता, क्योंकि रिलेशनशिप बेस्ड प्रोग्राम आ ते तुहानूं ये चीज़ जान लैनी चाहिए कि पंजाब हमेशा तो ही विआह वाले रिलेशन कि कनेडा जाण दे लई कराए जा रहे विआह इस नूं लैके पंजाब हमेशा ही कनेडा अंबैसी दे विच ब्लैक लिस्टड रहा, क्योंकि फ्रॉडुलेंट मैरिजेस जिन्नियां पंजाब दे विच कनेडा जाण लई होईयां ने ते हो रहीआं ने किते भी नहीं होईयां। सो असीं ये नहीं कह सकते कि असीं हरेक केस का ही साइमल्टेनियसली केस अपलाई कर लांगे, हरेक प्रोफाइल नूं ही असीं सेम डे ही फाइल लॉन्च कर देंगे या इकट्ठियां दी फाइल लॉन्च कर देंगे, ये कदे भी नहीं हो सकता। हरेक प्रोफाइल नूं अकॉर्डिंग टू रिक्वायरमेंट ऑफ अंबैसी सानू रैडी करना पैंदा। वो रैडी होने के लिए असीं आपदे कोलों तां कुछ ला नहीं सकते, असीं तां तुहाडे वल्लों दित्तियां चीज़ां असीं तुहाडे तो ही तुहाडे प्रोफाइल नाल संबंधित डॉक्यूमेंट्स मंगने ने, प्रूफ्स मंगने ने, वो तुसीं सानू प्रोवाइड करने ने। वो प्रूफ बने भी हो सकते हैं, बनाने भी पै सकते हैं, वेट भी करनी पै सकती है, सेम डे लॉन्च भी हो सकती है। सो जदों आपां किसी भी चीज़ नूं लोकां तक पहुँचाउणा ना तां ओहदी आपां ओनू अट्रैक्टिव एडवरटाइजमेंट बना के असीं ये नहीं कहना कि ऐ होना शुरू हो गया, असीं नाल थोड़े जे फैक्ट्स भी क्लीयर करने ने। कारण की आ, जिन्ने ओपन वर्क परमिट दे विच जिन्ना क मैं सिख लिया, शायद जिन्ना क मैं इहदे विच इहदे फायदे नुकसान या जिन्ना कि इहदे विच मैं डिग डिग के सिख लिया, शायद नहीं किसी ने सीखिया होना। ये मान वाली गल नहीं है, मैं सिर्फ ये कहना चाहुंदा कि बहुत टाइम पहला तो मैं ओपन वर्क परमिट च डील कर रहा, बट वो इसलिए मैं दसना चाहुंदा कि नवीं नहीं है चीज़। ये पहले दिन तो ही हाई कमीशन की यह कहा होया सी हाई कमीशन ने कि तुसीं इकट्ठे फाइल लॉन्च कर सकते हो, बट की तुसीं हर फाइल नूं इकट्ठे लॉन्च कर सकते हो, कि तुसीं हर प्रोफाइल नूं सेम वे दे नाल डील कर सकते हो? ये नहीं है, ये सच्चाई नहीं है। सानू प्रोफाइल नूं समझना होगा, सानू देखना होगा कि यह अंबैसी दियां रिक्वायरमेंट्स के उत्ते खरे उतरते आ। वीज़ा ऑफिसर अज किस तरीके नाल ओपन वर्क परमिट के केस डील कर रहे हैं, कि असीं उन्हां नूं इंप्रैस कर सकांगे, कि असीं उन्हां नूं इस लैवल तक कन्विंस कर सकांगे कि वो सानू वीज़ा दे देन। सो ये सारिया चीज़ों को ध्यान च रखते हुए मैं अज ये वीडियो बनाई आ। दोस्तों जिन्हां दोस्तों के मन च कोई क्वेरी आ, क्वेश्चन पूछना चाहते हो, तुसीं मैनूं आपदा नंबर सेंड कर सकते, असीं तुहानूं कॉल करांगे, अपॉइंटमेंट बुक करके असीं बैठ के आपदे केस दे उत्ते प्रॉपरली वर्कआउट करके असीं इनफॉर्मेशन कलैक्ट करांगे। एंड मेरी कोशिश रहूगी मैं तुहानूं जिन्नी भी मेरे को जिन्नी क मेरी समझ आ उस मुताबिक प्रॉपर इनफॉर्मेशन सारी दी सारी इनफॉर्मेशन देवां। उस तो बाद तुसीं सिलैक्ट करो कि तुसीं कदों किस एजेंट थ्रू कित्थे दा केस अपलाई करना। सो सब तो जरूरी चीज़ है अवेयरनैस दे हमेशा भुखे रहो, हमेशा सीखते रहो, हमेशा पढ़ते रहो, तां जो तुहाडा एक सैकेंड ते तुहाडी एक सिंगल पैनी भी वेस्ट ना होवे। इन्ना कहंदा होया खिमा दा जचकां जी, धन्नवाद।